ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਪਹਿਲਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਗਤ ਦੀ ਕਲਿਆਣ ਕਰਦੇ ਹੋਏ ਜਿਸ ਵਕਤ ਲਾਹੌਰ ਸ਼ਹਿਰ ਵਿੱਚ ਪਹੁੰਚੇ, ਉੱਥੇ ਦੁਨੀ ਚੰਦ ਬਾਣੀਆਂ ਜੋ ਆਪਣੇ ਪਿਤਾ ਦੇ ਨਿਮਿਤ ਸ਼ਰਾਧ ਕਰਾ ਰਿਹਾ ਸੀ, ਇਸ ਨੂੰ ਸਤਿਗੁਰਾਂ ਦੇ ਆਉਣ ਬਾਰੇ ਪਤਾ ਲੱਗਿਆ। ਸਤਿਗੁਰਾਂ ਦੀ ਮਹਿਮਾ ਤੋਂ ਪਹਿਲਾਂ ਹੀ ਜਾਣੂ ਸੀ। ਇਸ ਨੇ ਬੇਨਤੀ ਕਰਕੇ ਸਤਿਗੁਰੂ ਜੀ ਨੂੰ ਸਤਿਕਾਰ ਨਾਲ ਆਪਣੇ ਘਰ ਲੈ ਆਂਦਾ। ਸੁੰਦਰ ਜਗ੍ਹਾ ਵਿੱਚ ਸਤਿਕਾਰ ਸਹਿਤ ਬਿਠਾ ਕਰਕੇ ਆਪ ਬ੍ਰਾਹਮਣਾਂ ਦੀਆਂ ਕਤਾਰਾਂ ਨੂੰ ਪਿਤਾ ਨਿਮਿਤ ਸ਼ਰਾਧਾਂ ਦਾ ਭੋਜਨ ਛਕਾਉਂਦਾ ਰਿਹਾ। ਤਾਂ ਸਤਿਗੁਰਾਂ ਨੇ ਪੁੱਛਿਆ ਕਿ ਹੇ ਦੁਨੀ ਚੰਦ, ਇਹ ਬ੍ਰਾਹਮਣਾਂ ਦਾ ਇੰਨਾ ਜ਼ਿਆਦਾ ਇਕੱਠ ਕਿਉਂ ਹੈ? ਕਿਸ ਕਾਰਨ ਭੋਜਨ ਛਕਾ ਰਿਹਾ ਹੈ? ਤਾਂ ਉਸਨੇ ਕਿਹਾ ਕਿ ਹਜੂਰ, ਅੱਜ ਦੇ ਦਿਨ ਮੇਰਾ ਪਿਤਾ ਪਰਲੋਕ ਗਿਆ ਸੀ, ਉਸ ਨਿਮਿਤ ਸ਼ਰਾਧ ਕੀਤਾ ਹੈ। ਤਾਂ ਸਤਿਗੁਰਾਂ ਨੇ ਪੁੱਛਿਆ ਕਿ ਤੇਰੇ ਪਿਤਾ ਨੂੰ ਭੋਜਨ ਪਹੁੰਚ ਗਿਆ ਕਿ ਨਹੀਂ? ਤਾਂ ਦੁਨੀ ਚੰਦ ਨੇ ਕਿਹਾ ਕਿ ਮਹਾਰਾਜ ਜੀ, ਮੈਂ ਤਾਂ ਅਲਪੱਗ ਜੀਵ ਹਾਂ, ਇਸ ਬਾਰੇ ਕੀ ਜਾਣਦਾ ਹਾਂ। ਪਰ ਵਿਦਵਾਨ ਬ੍ਰਾਹਮਣ ਕਹਿੰਦੇ ਹਨ ਕਿ ਇਸ ਤਰ੍ਹਾਂ ਸ਼ਰਾਧ ਕਰਾਉਣ ਤੋਂ ਪਿੱਤਰ ਤ੍ਰਿਪਤ ਹੋ ਜਾਂਦੇ ਹਨ। ਤਾਂ ਮਹਾਰਾਜ ਜੀ ਨੇ ਕਿਹਾ ਕਿ ਭਾਈ, ਉਹ ਤੇਰਾ ਪਿਤਾ ਤਾਂ 3 ਦਿਨ ਦਾ ਭੁੱਖਾ ਬੈਠਾ ਹੈ, ਇਹ ਤਾਂ ਤੇਰਾ ਭਰਮ ਹੀ ਹੈ। ਵੈਸੇ ਕਿਸੇ ਭੁੱਖੇ ਨੂੰ ਰੋਟੀ ਖਵਾਉਣਾ ਪੁੰਨ ਕਰਮ ਹੈ, ਕੋਈ ਬੁਰਾ ਕਰਮ ਨਹੀਂ ਹੈ। ਪਰ ਇਸ ਭਾਵਨਾ ਨਾਲ ਕਿ ਭੋਜਨ ਛਕਾਉਣ ਨਾਲ ਤੇਰਾ ਪਿਤਾ ਤ੍ਰਿਪਤ ਹੋ ਜਾਵੇਗਾ, ਇਹ ਅੰਧ ਵਿਸ਼ਵਾਸ ਹੈ। ਦੁਨੀ ਚੰਦ ਨੇ ਕਿਹਾ ਕਿ ਮਹਾਰਾਜ ਜੀ, ਤੁਸੀਂ ਸਰਬੱਗ ਹੋ, ਤੁਹਾਨੂੰ ਇਹ ਪਤਾ ਹੈ ਕਿ ਮੇਰਾ ਪਿਤਾ 3 ਦਿਨ ਦਾ ਭੁੱਖਾ ਹੈ। ਕਿਰਪਾ ਕਰਕੇ ਦੱਸੋ ਕਿ ਉਹ ਕਿੱਥੇ ਤੇ ਕਿਸ ਜੂਨ ਵਿੱਚ ਹੈ। ਤਾਂ ਸਤਿਗੁਰੂ ਜੀ ਨੇ ਕਿਹਾ ਕਿ ਇੱਥੋਂ 5 ਕੋਹ ਦੱਖਣ ਵੱਲ ਜਾਵੀਂ, ਬਗਿਆੜ ਦੀ ਜੂਨ ਵਿੱਚ 3 ਦਿਨਾਂ ਦਾ ਭੁੱਖਾ ਤੇਰਾ ਪਿਤਾ ਤੈਨੂੰ ਮਿਲੇਗਾ। ਤੂੰ ਇਹ ਭਰਮ ਨਾ ਕਰੀ, ਉਹ ਤੈਨੂੰ ਮਾਰੇਗਾ, ਤੈਨੂੰ ਉਹ ਕੁਝ ਨਹੀਂ ਕਹੇਗਾ। ਆਪਣੇ ਪਿਤਾ ਦਾ ਨਾਮ ਲੈ ਕੇ ਪੁਕਾਰੀ। ਜੈਸਾ ਕਿ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਉਤਰਾਰਧ ਦੇ ਅਧਿਆਏ 4 ਵਿੱਚ ਜ਼ਿਕਰ ਕੀਤਾ ਹੈ। ਹੇਤ ਬਤਾਵਨ ਬੈਨ ਅਲਾਏ, ਤਬ ਪਿਤ ਬ੍ਰਿਕ ਦੇਹੀ ਕੋ ਪਾਏ, ਪੰਚ ਕੋਸ ਪਰ ਝਾਰਨ ਮਾਹੀ, ਭੂਖੋ ਬੈਠ ਰਹਿਓ ਸੋ ਤਾਹੀ। ਜਦੋਂ ਭੋਜਨ ਲੈ ਕੇ ਦੁਨੀ ਚੰਦ ਤੁਰਨ ਲੱਗਾ, ਤਾਂ ਸਤਿਗੁਰੂ ਜੀ ਨੇ ਕਿਹਾ ਕਿ ਕਰਤਾਰ 'ਤੇ ਭਰੋਸਾ ਰੱਖੀ, ਡਰੀ ਨਾ। ਤੂੰ ਜੋ ਸਾਡੇ ਦਰਸ਼ਨ ਕੀਤੇ ਹਨ, ਸਾਡੀ ਨਜ਼ਰ ਤੇਰੇ 'ਤੇ ਪਈ ਹੈ। ਤੇਰੇ ਦਰਸ਼ਨ ਕਰਦਿਆਂ ਹੀ ਤੇਰਾ ਬਘਿਆੜ ਬਣਿਆ ਪਿਤਾ ਮਨੁੱਖ ਰੂਪ ਹੋ ਜਾਵੇਗਾ। ਦੁਨੀ ਚੰਦ ਖੀਰ ਦਾ ਬਰਤਨ ਭਰ ਕੇ ਦੱਸੀ ਹੋਈ ਥਾਂ 'ਤੇ ਚਲਾ ਗਿਆ। ਜਦੋਂ 5 ਕੋਹ ਦੱਖਣ ਵੱਲ ਝਾੜੀਆਂ ਕੋਲ ਗਿਆ, ਤਾਂ ਇੱਕ ਬਘਿਆੜ ਨੇ ਇਸ ਵੱਲ ਚੰਗੀ ਤਰ੍ਹਾਂ ਵੇਖਿਆ, ਤਾਂ ਉਸੇ ਵੇਲੇ ਦੇਹ ਬਦਲ ਗਈ। ਬਘਿਆੜ ਦਾ ਜਾਮਾ ਛੱਡ ਕੇ ਪ੍ਰਕਾਸ਼ ਵਾਲੀ ਮਨੁੱਖ ਦੇਹੀ ਬਣ ਗਈ। ਅਤੇ ਖੀਰ ਦਾ ਭਾਂਡਾ ਦੁਨੀ ਚੰਦ ਨੇ ਅੱਗੇ ਰੱਖ ਕੇ ਪੁੱਛਿਆ, ਪਿਤਾ ਜੀ, ਤੁਸੀਂ ਤਾਂ ਬੜੇ ਧਰਮਾਤਮਾ ਸੀ, ਐਸੀ ਜੂਨ ਕਿਉਂ ਮਿਲੀ ਹੈ? ਤਾਂ ਉਸਨੇ ਕਿਹਾ ਕਿ ਜਦੋਂ ਮੇਰੇ ਪ੍ਰਾਣ ਨਿਕਲਣ ਲੱਗੇ ਸਨ, ਤਾਂ ਗਵਾਂਢੀ ਚੁੱਲ੍ਹੇ 'ਤੇ ਮੱਛੀ ਰਿੰਨ ਰਿਹਾ ਸੀ। ਜਦੋਂ ਉਸ ਦੀ ਵਾਸ਼ਨਾ ਆਈ, ਤਾਂ ਮੇਰਾ ਮਨ ਮਾਸ ਖਾਣ ਨੂੰ ਲਲਚਾਇਆ। ਉੱਪਰੋਂ ਸਵਾਸ ਪੂਰੇ ਹੋ ਗਏ, ਭਾਵ ਮਰ ਗਿਆ। ਅੰਤ ਨੂੰ ਮਾਸ ਖਾਣ ਦੀ ਵਾਸ਼ਨਾ ਕਰਕੇ ਮਾਸਾਹਾਰੀ ਜੀਵ ਬਣ ਗਿਆ। ਇਹ ਬਘਿਆੜ ਦੀ ਜੂਨ ਪਾਈ। ਹੁਣ ਤੂੰ ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਇਆ ਹੈ। ਮੈਂ ਤੇਰੇ ਦਰਸ਼ਨ ਕੀਤੇ ਹਨ, ਜਿਹੜੇ ਮੇਰੇ ਪੁੰਨ ਕੀਤੇ ਹੋਏ ਸਨ, ਉਹਨਾਂ ਦਾ ਫਲ ਮਿਲਿਆ ਹੈ। ਹੁਣ ਮੈਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਪਾ ਕਰਕੇ ਸਵਰਗ ਨੂੰ ਜਾਂਦਾ ਹਾਂ। ਤੂੰ ਜਗਤ ਗੁਰੂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਨਾ ਛੱਡੀ। ਦੁਨੀ ਚੰਦ ਨੇ
ਪਿਓ ਦੇ ਇਸ ਨੂੰ ਸਿੱਖਿਆ ਦਿੱਤੀ ਤੇ ਆਪ ਪਰਲੋਕ ਨੂੰ ਚਲਾ ਗਿਆ। ਉੱਥੋਂ ਵਾਪਸ ਆ ਕੇ ਦੁਨੀ ਚੰਦ ਨੇ ਸਤਿਗੁਰਾਂ ਦੇ ਚਰਨ ਪਕੜ ਲਏ ਅਤੇ ਕੋਲ ਬੈਠੇ ਦੁਨੀ ਚੰਦ ਦੇ ਭਰਾ ਮਾਂਗੂ ਤੇ ਭਾਂਗੂ ਨੇ ਕਿਹਾ ਕਿ ਸਤਿਗੁਰੂ ਜੀ, ਬ੍ਰਾਹਮਣ ਲੋਕ ਕਹਿੰਦੇ ਹਨ ਕਿ ਸ਼ਰਾਧ ਕਰਾਉਣੇ ਚੰਗੇ ਹਨ, ਭਾਵੇਂ ਕੋਈ ਚੋਰੀ ਕਰਕੇ ਕਰਾਵੇ, ਭਾਵੇਂ ਕੋਈ ਛਲ ਕਰਕੇ ਕਰਾਵੇ। ਤਾਂ ਉਸ ਵਕਤ ਸਤਿਗੁਰੂ ਜੀ ਨੇ ਲਾਹੌਰ ਦੇ ਵਿੱਚ ਇਹ ਸ਼ਲੋਕ ਉਚਾਰਨ ਕੀਤਾ। ਸ਼ਲੋਕ ਮਹੱਲਾ ਪਹਿਲਾ। ਜੇ ਮੋਹਾਕਾ ਘਰ ਮੋਹੈ, ਘਰ ਮੋਹ ਪਿਤਰੀ ਦੇ। ਹੇ ਭਾਈ, ਜੇਕਰ ਕੋਈ ਮੁਹਾਕਾ ਠੱਗੀ ਮਾਰ ਕੇ ਕਿਸੇ ਦੇ ਘਰ ਨੂੰ ਲੁੱਟਣ ਲਵੇ, ਭਾਵ ਲੁੱਟ ਲਵੇ, ਕਿਸੇ ਦੇ ਘਰ ਨੂੰ ਮੋਹੇ ਲੁੱਟ ਕਰਕੇ ਪਿਤਰੀ ਕਹੀਏ ਪਿਤਰਾਂ ਦੇ ਨਿਮਿਤ ਦਾਨ ਦੇ ਦੇਵੇ। ਅੱਗੇ ਵਸਤ ਸਿਆਣੀ ਹੈ ਪਿਤਰੀ ਚੋਰ ਕਰੇ, ਤਾਂ ਉਹ ਚੀਜ਼ ਅੱਗੇ ਪਰਲੋਕ ਵਿੱਚ ਪਛਾਣੀ ਜਾਵੇਗੀ ਕਿ ਇਹ ਚੋਰੀ ਦੀ ਵਸਤੂ ਹੈ। ਇਹ ਉਸ ਦਾਨ ਨਾਲ ਪਰਲੋਕ ਗਏ ਪਿਤਰਾਂ ਨੂੰ ਚੋਰ ਕਰਾਰ ਦੇਵੇਗਾ। ਸ਼ਰਾਧ ਕਰਾਉਣ ਵਾਲਾ ਆਪਣੇ ਪਿਤਰਾਂ ਨੂੰ ਚੋਰ ਬਣਾਉਣਾ ਕਰਦਾ ਹੈ। ਜਿਨ੍ਹਾਂ ਦੇ ਘਰ ਦੀ ਵਸਤੂ ਚੋਰੀ ਹੋਈ ਸੀ, ਉਹਨਾਂ ਦੇ ਪਿੱਤਰ ਪਰਲੋਕ ਵਿੱਚ ਵਸਤੂ ਪਹਿਚਾਣ ਕੇ ਪਿੱਤਰਾਂ 'ਤੇ ਚੋਰੀ ਦਾ ਦੂਸ਼ਣ ਲਾਉਂਦੇ ਆ। ਅੱਗੇ ਪ੍ਰਸ਼ਨ ਸੀ, ਹੈ ਸਤਿਗੁਰੂ ਜੀ, ਜੇ ਬ੍ਰਾਹਮਣ ਚੂਲੀ ਸੁਟਾ ਦੇਵੇ ਤਾਂ ਕੀ ਪੁੰਨ ਲੱਗਦਾ ਹੈ? ਸਤਿਗੁਰੂ ਉੱਤਰ ਦਿੰਦੇ ਆ, ਵੱਡੀ ਹੈ ਹੱਥ ਦਲਾਲ ਕੇ ਮੁਸਫੀ ਇਹ ਕਰੇ। ਪਿੱਤਰਾਂ ਦੇ ਨਿਮਿਤ ਚੂਲੀ ਸਟਾਉਣ ਵਾਲੇ, ਦਲਾਲਗੀ ਕਰਨ ਵਾਲੇ ਬ੍ਰਾਹਮਣ ਦੇ ਵੀ ਹੱਥ ਵੱਡੇ ਭਾਵ ਕੱਟੇ ਜਾਣਗੇ। ਇਹੋ ਜਿਹਾਂ ਨੂੰ ਅੱਗੇ ਧਰਮਰਾਜ ਮੁਸਫੀ ਕਹੀਏ ਇਨਸਾਫ ਕਰੇਗਾ, ਅਰਥਾਤ ਉਸ ਸਮੇਂ ਚੋਰ ਚੋਰੀ ਦਾ ਮਾਲ ਲੈਣ ਤੇ ਵੇਚਣ ਵਾਲੇ ਨੂੰ ਹੱਥ ਵੱਢੇ ਜਾਣ ਦੀ ਸਜ਼ਾ ਮਿਲਦੀ ਸੀ। ਇੱਥੇ ਭਾਵ ਇਹ ਹੈ ਕਿ ਚੋਰ, ਉਸ ਦੇ ਪਿੱਤਰ ਤੇ ਵਿਚੋਲੇ ਬ੍ਰਾਹਮਣ ਤਿੰਨੇ ਸਜ਼ਾ ਦੇ ਹੱਕਦਾਰ ਹੋਣਗੇ। ਦਲਾਲ ਤੋਂ ਭਾਵ ਬ੍ਰਾਹਮਣ ਦਾ ਹੈ, ਜੋ ਬਦਦਿਆਨਤੀ ਨਾਲ ਪ੍ਰਾਪਤ ਕੀਤੇ ਮਾਲ ਨਾਲ ਕੀਤੇ ਗਏ ਸ਼ਰਾਧ ਪਰ ਵਿਚੋਲਾ ਬਣ ਕੇ ਪਿੱਤਰਾਂ ਨੂੰ ਵਸਤੂ ਪਹੁੰਚਾਉਣ ਦੀ ਵਿਚੋਲਗੀ ਕਰਦਾ ਹੈ। ਅੱਗੇ ਫਿਰ ਪ੍ਰਸ਼ਨ ਸੀ, ਹੈ ਸਤਿਗੁਰੂ ਜੀ, ਕਿ ਅੱਗੇ ਪ੍ਰਲੋਕ ਵਿੱਚ ਕੁਝ ਮਿਲਦਾ ਵੀ ਹੈ? ਸਤਿਗੁਰੂ ਦੱਸਦੇ ਆ, ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ। ਸਤਿਗੁਰੂ ਜੀ ਕਥਨ ਕਰਦੇ ਆ ਕਿ ਪ੍ਰਲੋਕ ਵਿੱਚ ਜੀਵ ਨੂੰ ਉਹ ਚੀਜ਼ ਹੀ ਮਿਲਦੀ ਆ ਜਿਹੜੀ ਆਪਣੇ ਹੱਥੀਂ ਘਾਲ ਕਮਾਈ ਖੱਟ ਕੇ ਦਾਨ ਦਿੰਦਾ ਹੈ। ਇੱਥੇ ਭਾਵ ਇਹੋ ਸਮਝਣਾ ਕਿ ਜਿਹੋ ਜਿਹਾ ਕੋਈ ਕਰਮ ਕਰਦਾ, ਉਹੋ ਜਿਹਾ ਉਸ ਨੂੰ ਹੀ ਫਲ ਮਿਲੇਗਾ, ਪਿੱਤਰਾਂ ਨੂੰ ਨਹੀਂ, ਕਿਉਂਕਿ ਗੁਰਮਤਿ ਵਿੱਚ ਸ਼ਰਾਧਾਂ ਦਾ ਖੰਡਨ ਹੈ। ਫਿਰ ਅੱਗੇ ਮਹਾਰਾਜ ਮਹੱਲਾ ਪਹਿਲਾ ਦੇ ਰਾਹੀਂ ਕਿਰਪਾ ਕਰ ਰਹੇ ਆ। ਭਾਈ ਮਰਦਾਨੇ ਨੇ ਇੱਕ ਆਦਮੀ ਨੂੰ ਤੰਬਾਕੂ ਪੀਂਦਿਆਂ ਦੇਖ ਕੇ ਨਫ਼ਰਤ ਕੀਤੀ ਅਤੇ ਕਿਹਾ ਕਿ ਮਹਾਰਾਜ, ਕਿੰਨੀ ਬਦਬੂ ਆ ਰਹੀ ਆ, ਇਹ ਤੰਬਾਕੂ ਪੀਣ ਵਾਲਾ ਕਿੰਨਾ ਭੈੜਾ ਆਦਮੀ ਆ। ਤਾਂ ਸੁਣ ਕੇ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ, ਮਹੱਲਾ ਪਹਿਲਾ। ਜਿਉ ਜੋਰੂ ਸਿਰ ਨਾਵਣੀ, ਆਵੈ ਵਾਰੋ ਵਾਰ। ਸਿਰ ਨਾਵਣੀ ਨਹੀਂ, ਭਾਰਾ ਨਹੀਂ ਬੋਲਣਾ, ਸਿਰ ਨਾਵਣੀ। ਜਿਵੇਂ ਜੋਰੂ ਇਸਤਰੀਆਂ ਮਹੀਨੇ ਮਗਰੋਂ ਸਿਰ ਨਾਵਣੀ ਭਾਵ ਰਿਤੂ ਦੇ ਆਉਣ ਕਰਕੇ ਉਹਨਾਂ ਦਾ ਸਰੀਰ ਇਸ ਕਿਰਿਆ ਕਰਕੇ ਅਪਵਿੱਤਰ ਮੰਨਿਆ ਜਾਂਦਾ ਹੈ। ਇਹ ਰਜੋ ਧਰਮ ਵਾਰੋ ਵਾਰ ਬਾਰੰਬਾਰ ਆਉਂਦਾ ਹੈ ਅਤੇ ਚੌਥੇ ਦਿਨ ਕੇਸੀ ਇਸ਼ਨਾਨ ਕਰਕੇ ਇਸਤਰੀ ਦਾ ਸਰੀਰ ਪਵਿੱਤਰ ਮੰਨਿਆ ਜਾਂਦਾ। ਇਸਤਰੀਆਂ ਦੇ ਮਹੀਨੇ ਮਗਰੋਂ ਰਿਤੂ ਆਉਣ ਨੂੰ ਸਿਰ ਨਹਾਉਣੀ ਕਹਿੰਦੇ ਆ। ਝੂਠੇ ਝੂਠਾ ਮੁਖ ਵਸੈ, ਨਿਤ ਨਿਤ ਹੋਏ ਖੁਆਰ। ਇਉਂ ਉਹ ਪੁਰਸ਼ ਝੂਠੇ ਹਨ ਜਿਨ੍ਹਾਂ ਦੇ ਮੂੰਹ ਵਿੱਚ ਹਰ ਵਕਤ ਜਗਤ ਝੂਠ ਤੰਬਾਕੂ ਵਸਦਾ, ਜਿਸ ਕਰਕੇ ਹਰ ਰੋਜ਼ ਨਿਤਾ ਪ੍ਰਤੀ ਹੀ ਖੁਆਰ ਖਰਾਬ ਹੁੰਦੇ ਰਹਿੰਦੇ ਆ। ਫਿਰ ਮਰਦਾਨੇ ਵੱਲੋਂ ਪ੍ਰਸ਼ਨ ਸੀ, ਹੈ ਸਤਿਗੁਰੂ ਜੀ, ਜੇਕਰ ਇਹ ਤੰਬਾਕੂ ਪੀਣ ਵਾਲੇ ਨਹਾ ਧੋ ਕੇ ਚੌਂਕਾ ਕਰ ਲੈਣ, ਕੀ ਉਹ ਸੁੱਚੇ ਹੋ ਸਕਦੇ ਆ? ਪਾਤਸ਼ਾਹ ਫਰਮਾਉਂਦੇ ਆ, ਸੂਚੇ ਇਹ ਨਾ ਆਖੀ ਹੈ ਬਹਿਨ ਜੇ ਪਿੰਡਾ ਧੋਏ।
ਇਸ ਪ੍ਰਕਾਰ ਇਹ ਤੰਬਾਕੂ ਪੀਣ ਵਾਲੇ ਸੁੱਚੇ ਨਹੀਂ ਕਹਾ ਸਕਦੇ, ਨਹੀਂ ਆਖੇ ਜਾ ਸਕਦੇ। ਜੇਕਰ ਪਿੰਡਾ ਸਰੀਰ ਨੂੰ ਧੋ ਕੇ ਬੈਠ ਜਾਣ, ਔਰਤ ਤਾਂ ਭਾਵੇਂ ਚੌਥੇ ਦਿਨ ਇਸ਼ਨਾਨ ਕਰਕੇ ਪਵਿੱਤਰ ਹੋ ਜਾਂਦੀ ਹੈ, ਪਰ ਤੰਬਾਕੂ ਪੀਣ ਵਾਲਾ ਸਦਾ ਹੀ ਅਪਵਿੱਤਰ ਰਹਿੰਦਾ, ਕਦੇ ਵੀ ਪਵਿੱਤਰ ਨਹੀਂ ਹੁੰਦਾ। ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਸਤਿਗੁਰੂ ਜੀ ਕਥਨ ਕਰਦੇ ਆ ਕਿ ਉਹ ਹੀ ਸੂਚੇ ਪਵਿੱਤਰ ਆ ਜਿਨ੍ਹਾਂ ਦੇ ਮਨ ਹਿਰਦੇ ਵਿੱਚ ਸੋਏ ਉਹ ਵਾਹਿਗੁਰੂ ਵਸ ਗਿਆ ਹੈ। ਉਹਨਾਂ ਨੇ ਤੰਬਾਕੂ ਪੀਣ ਦਾ ਭੈੜਾ ਕਰਮ ਛੱਡ ਦਿੱਤਾ ਹੈ, ਅਤੇ ਜੇਕਰ ਤੰਬਾਕੂ ਪੀਣ ਵਾਲਾ ਤੰਬਾਕੂ ਛੱਡ ਕੇ ਗੁਰੂ ਵਾਲਾ ਬਣ ਜਾਵੇ ਤਾਂ ਉਹ ਵੀ ਪਵਿੱਤਰ ਹੋ ਜਾਂਦਾ ਹੈ। ਪੌੜੀ ਤੁਰੇ ਪਲਾਣੇ ਪੌਣ ਵੇਗ, ਹਰ ਰੰਗੀ ਹਰਮ ਸਵਾਰਿਆ। ਜਿਨ੍ਹਾਂ ਦੇ ਕੋਲ ਸੁੰਦਰ ਪਲਾਣੇ ਹੁੰਦਾ, ਕਾਠੀਆਂ ਆਦਿ ਸੱਜੇ ਹੋਏ ਪੌਣ, ਹਵਾ ਵਾਂਗੂ ਵੇਗ ਤੇਜ਼ ਚੱਲਣ ਵਾਲੇ ਤੁਰੇ ਨਾਮ ਘੋੜੇ ਹਨ, ਊਠ ਹਾਥੀ ਆਦਿਕਾਂ ਦੀਆਂ ਪਲਾਣੇ ਪਾਲਾਂ ਹਨ, ਅਤੇ ਹਰੇਕ ਕਾਲੇ ਨੀਲੇ ਚਿੱਟੇ ਲਾਲ ਆਦਿ ਰੰਗਾਂ ਨਾਲ ਹਰਮ ਦਾ ਮਹਿਲਾਂ ਨੂੰ ਸਵਾਰਿਆ ਸਜਾਇਆ ਹੈ। ਆਪਣੀਆਂ ਹਰਮ ਇਸਤਰੀਆਂ ਨੂੰ ਹਰ ਰੰਗੀ ਰੰਗਾਂ ਦੇ ਬਸਤਰਾਂ ਗਹਿਣਿਆਂ ਨਾਲ ਸਜਾਇਆ। ਕੋਠੇ ਮੰਡਪ ਮਾੜੀਆ, ਲਾਏ ਬੈਠੇ ਕਰ ਪਾਸਾਰਿਆ। ਜਿਨ੍ਹਾਂ ਦੇ ਕੱਚੇ ਕੋਠੇ ਮੰਡਪ ਮਹਿਲ ਮਾੜੀਆਂ ਉੱਚੇ ਮਕਾਨ ਹਵੇਲੀਆਂ ਮਮਟੀਆਂ ਕੱਢ ਕੱਢ ਕੇ ਬਣਾਈਆਂ ਹਨ, ਇਹਨਾਂ ਵਿੱਚ ਚਿੱਤ ਲਾ ਕੇ ਪੁੱਤਰਾਂ ਆਦਿਕਾਂ ਦਾ ਪਾਸਾਰਿਆ ਪਸਾਰਾ ਕਰੀ ਬੈਠੇ ਹਨ। ਜੋ ਕੋਠੇ ਦੀ ਨਿਆਈ ਅਗਿਆਨੀ ਜੀਵ, ਮੰਡਪ ਮਹਿਲ ਦੀ ਨਿਆਈ ਪਖੰਡੀ ਜੀਵ, ਤੇ ਮਾੜੀਆਂ ਹਵੇਲੀਆਂ ਦੀ ਨਿਆਈ ਪਾਪੀ ਜੀਵ ਹਨ, ਉਹ ਪਾਪਾਂ ਦਾ ਪਸਾਰਾ ਕਰਕੇ ਚਿੱਤ ਲਾ ਕੇ ਦੇਹਾਂ ਵਿੱਚ ਬੈਠ ਗਏ ਹਨ। ਚੀਜ਼ ਕਰਨ ਮਨ ਭਾਵਦੇ, ਹਰ ਬੁੱਝਣ ਨਾਹੀ ਹਾਰਿਆ। ਮਨ ਹਿਰਦੇ ਨੂੰ ਭਾਉਂਦੇ ਚੀਜ਼ ਹੁੰਦਾ ਚੋਜਾਂ ਨੂੰ ਕਰਦੇ ਹਨ, ਤੇ ਵਾਹਿਗੁਰੂ ਦੇ ਨਾਮ ਨੂੰ ਬੁੱਝਦੇ ਭਾਵ ਸਮਝਦੇ ਨਹੀਂ, ਜਿਸ ਕਰਕੇ ਉਹਨਾਂ ਨੇ ਆਪਣਾ ਮਨੁੱਖਾ ਜਨਮ ਸੰਸਾਰ ਰੂਪੀ ਜੂਏ ਵਿੱਚ ਹਾਰ ਲਿਆ ਹੈ। ਕਰ ਫੁਰਮਾਇਸ ਪਖਾਇਆ, ਵੇਖ ਮਹਿਲਤ ਮਰਨ ਵਿਸਾਰਿਆ। ਜਿਨ੍ਹਾਂ ਨੇ ਫੁਰਮਾਇਸ ਹੁਕਮ ਕਰਕੇ ਪਦਾਰਥਾਂ ਨੂੰ ਖਾਧਾ ਹੈ, ਭਾਵ ਅਨੇਕਾਂ ਤਰ੍ਹਾਂ ਦੇ ਭੋਗ ਪਦਾਰਥ ਭੋਗੇ ਹਨ, ਤੇ ਸੋਹਣੀਆਂ ਹਵੇਲੀਆਂ ਇਸਤਰੀਆਂ ਆਦਿਕਾਂ ਨੂੰ ਦੇਖ ਕੇ ਮੌਤ ਨੂੰ ਵਿਸਾਰਿਆ ਭੁਲਾ ਹੀ ਛੱਡਿਆ ਹੈ। ਜਰ ਆਈ ਜੋਬਨ ਹਾਰਿਆ। ਉਹ ਜੋਬਨ ਜਵਾਨੀ ਨੂੰ ਵਿਸ਼ਿਆਂ ਵਿੱਚ ਹਾਰ ਗਏ। ਜਰ ਬੁਢੇਪਾ ਆ ਗਿਆ, ਤੇ ਬੁਢੇਪੇ ਤੋਂ ਬਾਅਦ ਮੌਤ ਹੀ ਆਉਂਦੀ ਆ। ਉਹ ਪਰਮੇਸ਼ਰ ਦੇ ਸ਼ੌਕ ਵੱਲੋਂ ਹਾਰ ਗਏ, ਤੇ ਅੰਤ ਨੂੰ ਜੜਤਾ ਰੂਪੀ ਬੁਢੇਪਾ ਆ ਕੇ ਪ੍ਰਾਪਤ ਹੋ ਗਿਆ। ਇਸ ਪ੍ਰਕਾਰ ਆਪਣਾ ਮਨੁੱਖਾ ਜਨਮ ਬੇਅਰਥ ਬਤੀਤ ਕਰਕੇ ਸੰਸਾਰ ਤੋਂ ਚਲੇ ਗਏ ਹਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।